ਆਪਣਾ ਉਦੇਸ਼ ਪੂਰਾ ਕਰਨ ਦੇ ਲਈ ਸਾਨੂੰ ਹਰ ਤਰ੍ਹਾਂ ਦੀ ਹਾਨੀ ਅਤੇ ਕਸ਼ਟਾਂ ਦੀ ਚਿੰਤਾ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ। ਇਹ ਲੋਕਮਾਨਯ ਤਿਲਕ ਦੇ ਜੀਵਨ ਦਾ ਸੰਦੇਸ਼ ਅਤੇ ਆਦਰਸ਼ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ, ਮੈਂ ਇਸ ਨੂੰ ਲੈ ਕੇ ਰਹਾਂਗਾ। ਪੁਸਤਕ ਦਾ ਨਾਂ ਸੁਤੰਤਰਤਾ ਦੇ ਮੰਤਰਦਾਤਾ ਲੋਕਮਾਨਯ ਤਿਲਕ। ਲੋਕਮਾਨਯ ਤਿਲਕ ਦਾ ਜਨਮ 1856 ਵਿੱਚ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਸ਼੍ਰੀ ਗੰਗਾਧਰ ਤਿਲਕ ਇੱਕ ਸਕੂਲ ਵਿੱਚ ਅਧਿਆਪਕ ਸਨ। ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਬਲਵੰਤ ਰੱਖਿਆ ਸੀ, ਪਰੰਤੂ ਪਿਆਰ ਤੋਂ ਸਾਰੇ ਬਾਲ ਕਹਿੰਦੇ ਸਨ ਅਤੇ ਬਾਅਦ ਵਿੱਚ ਉਹੀ ਨਾਮ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਗਿਆ। ਭਾਰਤ ਦੀ ਗੁਲਾਮੀ ਦੇ ਸੰਕਟ ਕਾਲ ਦੇ ਮੱਧ ਵਿੱਚ ਭਾਰਤ ਦੇ ਰਾਜਨੀਤਿਕ ਖੇਤਰ ਵਿੱਚ ਲੋਕਮਾਨਯ ਤਿਲਕ ਉਭਰੇ, ਜਿਨ੍ਹਾਂ ਨੇ ਸਰੀਰਕ ਸ਼ਕਤੀ ਦੀ ਬਜਾਏ ਮਾਨਸਿਕ ਅਤੇ ਭਾਵਨਾਤਮਕ ਖੇਤਰ ਵਿੱਚ ਅੰਗਰੇਜ਼ਾਂ ਦਾ ਮੁਕਾਬਲਾ ਕਰਕੇ ਉਹਨਾਂ ਦੇ ਪ੍ਰਭਾਵ ਨੂੰ ਘੱਟ ਕਰਨਾ ਸ਼ੁਰੂ ਕਰ ਦਿੱਤਾ। ਇਹ ਤਿਲਕ ਜੀ ਦੀ ਹੀ ਮਹਿਮਾ ਸੀ ਕਿ ਅੰਗਰੇਜ਼ਾਂ ਦੇ ਮੁੱਖ ਗੜ੍ਹ ਬੰਬਈ ਵਿੱਚ 19ਵੀਂ ਸਦੀ ਦੇ ਸਮਾਪਤ ਹੋਣ ਤੋਂ ਪਹਿਲਾਂ ਹੀ ਸਵਦੇਸ਼ੀ ਅਤੇ ਸਵਰਾਜ ਦਾ ਸ਼ੰਖਨਾਦ ਸੁਣਾਈ ਪੈਣ ਲੱਗਾ, ਜਿਸ ਤੋਂ ਸਾਰਾ ਦੇਸ਼ ਚੌਕਸ ਹੋ ਗਿਆ। ਸੁਤੰਤਰਤਾ ਅਤੇ ਸੰਸਕ੍ਰਿਤੀ ਦੇ ਪੁਨਰ ਜੀਵਨ ਦੀ ਪ੍ਰਚੰਡ ਘੋਸ਼ਣਾ। ਜਦੋਂ ਅਸੀਂ ਬਾਲ ਗੰਗਾਧਰ ਤਿਲਕ ਜੀ ਦਾ ਧਿਆਨ ਕਰਦੇ ਹਾਂ ਤਾਂ ਸਾਡਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਵੱਲ ਦੇਖਦੇ ਹਾਂ ਤਾਂ ਭਾਰਤੀ ਸੰਸਕ੍ਰਿਤੀ ਦਾ ਅਸਲੀ ਸਰੂਪ ਸਾਹਮਣੇ ਆ ਜਾਂਦਾ ਹੈ। ਉਹ ਸੱਚਾਈ ਦੇ ਵਿਰੁੱਧ ਕਦੇ ਕਿਸੇ ਤੋਂ ਨਹੀਂ ਡਰਦੇ ਸਨ। ਜਿਸ ਸਮੇਂ ਲੋਕ ਆਜ਼ਾਦੀ ਦਾ ਨਾਮ ਲੈਣ ਦੀ ਹਿੰਮਤ ਵੀ ਨਹੀਂ ਕਰਦੇ ਸਨ, ਉਸ ਸਮੇਂ ਬਾਲ ਗੰਗਾਧਰ ਤਿਲਕ ਨੇ ਉੱਚੀ ਆਵਾਜ਼ ਵਿੱਚ ਘੋਸ਼ਣਾ ਕੀਤੀ ਸੀ ਕਿ ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਹੀ ਰਹਾਂਗਾ। 20ਵੀਂ ਸਦੀ ਦੇ ਆਰੰਭ ਹੁੰਦੇ ਹੀ ਇੱਕ ਨਵੇਂ ਰੂਪ ਵਿੱਚ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਵਿਦਰੋਹ ਖੜਾ ਹੋ ਗਿਆ ਸੀ, ਜਿਸ ਦੀ ਪੂਰਨਾਹੁਤੀ ਸੰਨ 1947 ਵਿੱਚ ਹੋਈ, ਜਦੋਂ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ। ਤਿਲਕ ਜੀ ਦੇ ਜੀਵਨ ਨਾਲ ਜੁੜੇ ਕੁਝ ਪ੍ਰੇਰਨਾਦਾਇਕ ਪ੍ਰਸੰਗ, ਜਿਨ੍ਹਾਂ ਦਾ ਵਰਣਨ ਪੁਸਤਕ ਵਿੱਚ ਕੀਤਾ ਗਿਆ ਹੈ। ਧਰਮ, ਸੱਭਿਅਤਾ ਅਤੇ ਸੰਸਕ੍ਰਿਤੀ ਦੀ ਰੱਖਿਆ ਦੇ ਲਈ ਕੋਸ਼ਿਸ਼। ਤਿਲਕ ਜੀ ਦੇਖ ਰਹੇ ਸਨ ਕਿ ਭਾਰਤ ਵਾਸੀ ਨਾ ਸਿਰਫ ਰਾਜਨੀਤਿਕ ਦ੍ਰਿਸ਼ਟੀ ਤੋਂ, ਲੇਕਿਨ ਉਹ ਪੱਛਮੀ ਸੱਭਿਅਤਾ ਦੀ ਚਮਕ ਧਮਕ ਦੀ ਚਕਾਚੌਂਧ ਨੂੰ ਦੇਖ ਕੇ ਆਪਣੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਛੱਡ ਰਹੇ ਹਨ। ਜੇਕਰ ਇਹੀ ਹਾਲਾਤ ਬਣੇ ਰਹੇ ਤਾਂ ਉਹ ਅੰਗਰੇਜ਼ੀ ਸ਼ਾਸਨ ਦੇ ਮਜ਼ਬੂਤ ਥੰਮ੍ਹ ਬਣ ਜਾਣਗੇ। ਇਸ ਲਈ ਉਹਨਾਂ ਨੇ ਅਜਿਹੀ ਵਿਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ, ਜਿੱਥੇ ਰੋਜੀ ਰੋਟੀ ਦੇ ਨਾਲ ਨਾਲ ਉਹਨਾਂ ਨੂੰ ਆਪਣੇ ਧਰਮ, ਸੱਭਿਅਤਾ ਅਤੇ ਸੰਸਕ੍ਰਿਤੀ ਦੀ ਰੱਖਿਆ ਲਈ ਵੀ ਕੋਸ਼ਿਸ਼ ਕਰਦੇ ਰਹਿਣ। ਸਪਤਾਹਿਕ ਅਖਬਾਰਾਂ ਦਾ ਪ੍ਰਕਾਸ਼ਨ। ਦੇਸ਼ ਵਿੱਚ ਨਵੀਂ ਰਾਸ਼ਟਰੀ ਚੇਤਨਾ ਅਤੇ ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਨ ਦਾ ਕੰਮ ਸਕੂਲਾਂ ਰਾਹੀਂ ਜਲਦੀ ਨਹੀਂ ਹੋ ਸਕਦਾ ਸੀ। ਇਸ ਲਈ ਲੋਕਮਾਨਯ ਤਿਲਕ ਜੀ ਦਾ ਧਿਆਨ ਅਖਬਾਰਾਂ ਦੇ ਪ੍ਰਕਾਸ਼ਨ ਉੱਤੇ ਗਿਆ ਅਤੇ ਉਹਨਾਂ ਨੇ ਕੇਸਰੀ ਅਤੇ ਮਰਾਠਾ ਨਾਂ ਦੇ ਸਪਤਾਹਿਕ ਅਖਬਾਰਾਂ ਦਾ ਪ੍ਰਕਾਸ਼ਨ ਸ਼ੁਰੂ ਕੀਤਾ। ਦੋਨੇ ਅਖਬਾਰ ਮਹਾਰਾਸ਼ਟਰ ਹੀ ਨਹੀਂ ਬਲਕਿ ਸਾਰੇ ਦੇਸ਼ ਦੇ ਜਨਤਕ ਅਤੇ ਰਾਜਨੀਤਿਕ ਜੀਵਨ 'ਤੇ ਯਾਦਗਾਰੀ ਪ੍ਰਭਾਵ ਪਾਇਆ। ਸਮਾਰੋਹਾਂ ਦਾ ਪ੍ਰਚਲਨ। ਉਹਨਾਂ ਨੇ ਸੰਨ 1863 ਵਿੱਚ ਗਣਪਤੀ ਉਤਸਵ ਅਤੇ 1864 ਵਿੱਚ ਸ਼ਿਵਾਜੀ ਜਯੰਤੀ, ਦੋ ਵੱਡੇ ਤਿਉਹਾਰਾਂ ਦਾ ਸਮਾਰੋਹ ਸੰਗਠਿਤ ਹੋ ਕੇ ਮਨਾਉਣ ਦੀ ਪ੍ਰਥਾ ਸ਼ੁਰੂ ਕੀਤੀ। ਇਸ ਤੋਂ ਸਾਰੇ ਮਹਾਰਾਸ਼ਟਰ ਵਿੱਚ ਉਤਸ਼ਾਹ ਦੀ ਲਹਿਰ ਫੈਲ ਗਈ ਅਤੇ ਚੌਹਾਂ ਪਾਸੇ ਜਾਗ੍ਰਿਤੀ ਪੈਦਾ ਹੋ ਗਈ। ਜੇਲ੍ਹ ਦੇਸ਼ ਸੇਵਾ ਦੇ ਵਰਤ ਧਾਰਨ ਕਰਨ ਵਾਲੇ ਮੰਦਰ ਬਣੇ। ਜੇਲ੍ਹ ਤੋਂ ਰਿਹਾ ਹੋਣ 'ਤੇ ਜਨਤਾ ਨੇ ਜਿਸ ਤਰ੍ਹਾਂ ਉਹਨਾਂ ਦਾ ਸਵਾਗਤ ਕੀਤਾ, ਉਸ ਤਰ੍ਹਾਂ ਦੀ ਮਿਸਾਲ ਕਦੇ ਦੇਖਣ ਨੂੰ ਨਹੀਂ ਮਿਲੀ। ਇੱਕ ਤਰ੍ਹਾਂ ਤੋਂ ਤਿਲਕ ਮਹਾਰਾਜ ਨੇ ਖੁਦ ਕਸ਼ਟ ਸਹਿਣ ਕਰਕੇ ਜੇਲ੍ਹ ਨੂੰ ਪਵਿੱਤਰ ਕਰ ਦਿੱਤਾ, ਜਿਸ ਦੇ ਫਲਸਰੂਪ ਬਾਅਦ ਵਿੱਚ ਦੇਸ਼ ਸੇਵਾ ਦਾ ਵਰਤ ਧਾਰਨ ਕਰਨ ਵਾਲਿਆਂ ਨੇ ਜੇਲ੍ਹਾਂ ਦਾ ਭੈ ਹੀ ਤਿਆਗ ਦਿੱਤਾ। ਜੇਲ੍ਹ ਦੀ ਸਜ਼ਾ, ਜੋ ਅਜੇ ਤੱਕ ਜ਼ਿਆਦਾਤਰ ਚੋਰ, ਡਾਕੂਆਂ ਜਾਂ ਦੂਜੇ ਮਾੜੇ ਕੰਮ ਕਰਨ ਵਾਲਿਆਂ ਤੱਕ ਹੀ ਸੀਮਿਤ ਸੀ, ਸੇਵਾ, ਪਰਉਪਕਾਰ ਅਤੇ ਅਨਿਆਏ ਦੇ ਵਿਰੁੱਧ ਸੰਘਰਸ਼ ਦਾ ਪ੍ਰਤੀਕ ਬਣ ਗਈ। ਸਮਾਚਾਰ ਪੱਤਰਾਂ ਵਿੱਚ ਜੇਲ੍ਹ ਖਾਨੇ ਦਾ ਨਾਮ ਕ੍ਰਿਸ਼ਨ ਜਨਮ ਮੰਦਰ ਲਿਖਿਆ ਗਿਆ, ਜਿੱਥੇ ਲੋਕ ਗ੍ਰਿਫਤਾਰੀ ਅਤੇ ਜੇਲ੍ਹ ਭੇਜੇ ਜਾਣ ਨੂੰ ਨਿੰਦਾ ਅਤੇ ਸ਼ਰਮ ਮਹਿਸੂਸ ਕਰਦੇ ਸਨ, ਉੱਥੇ ਤਿਲਕ ਜੀ ਜੇਲ੍ਹ ਯਾਤਰਾ ਤੋਂ ਬਾਅਦ ਉਹਨਾਂ ਨੂੰ ਸਨਮਾਨ ਅਤੇ ਜਨ ਸੇਵਾ ਦਾ ਮਜ਼ਬੂਤ ਸਬੂਤ ਮੰਨਿਆ ਜਾਣ ਲੱਗਿਆ। ਦੇਸ਼ ਸੇਵਾ ਸਵਰੁਚ। ਜਦੋਂ ਉਹਨਾਂ ਦੇ ਵੱਡੇ ਪੁੱਤਰ ਵਿਸ਼ਵਨਾਥ ਦੀ ਮ੍ਰਿਤਿੂ ਛੋਟੀ ਉਮਰ ਵਿੱਚ ਹੀ ਹੋ ਗਈ ਤਾਂ ਉਹ ਉਸ ਦਾ ਅੰਤਮ ਸੰਸਕਾਰ ਕਰਨ ਤੋਂ ਬਾਅਦ ਘਰ ਵਾਪਸ ਆਉਂਦਿਆਂ ਹੀ ਜਨਤਕ ਕੰਮਾਂ ਵਿੱਚ ਲੱਗ ਗਏ। ਇਹ ਦੇਖਦੇ ਉਹਨਾਂ ਦੇ ਇੱਕ ਮਿੱਤਰ ਨੇ ਕਿਹਾ ਕਿ ਤੁਹਾਨੂੰ ਆਪਣੇ ਪੁੱਤਰ ਨਾਲ ਪ੍ਰੇਮ ਨਹੀਂ ਸੀ, ਘੱਟੋ ਘੱਟ ਅੱਜ ਤਾਂ ਤੁਹਾਨੂੰ ਇਸ ਕੰਮ ਨੂੰ ਬੰਦ ਰੱਖਣਾ। ਤਿਲਕ ਮਹਾਰਾਜ ਨੇ ਉੱਤਰ ਦਿੱਤਾ, ਮੈਨੂੰ ਵਿਸ਼ਵਨਾਥ ਬਹੁਤ ਪਿਆਰਾ ਸੀ, ਉਸ ਦੀ ਮੌਤ ਦਾ ਮੈਨੂੰ ਬਹੁਤ ਦੁੱਖ ਹੈ, ਪਰ ਅਜੇ ਮੇਰੇ ਦੂਜੇ ਲੱਖਾਂ ਪੁੱਤਰ ਜਨਤਾ ਦੇ ਰੂਪ ਵਿੱਚ ਮੌਜੂਦ ਹਨ। ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਵੀ ਤਾਂ ਮੇਰੇ ਲਈ ਬਹੁਤ ਜ਼ਰੂਰੀ ਹੈ। ਪਤਨੀ ਦੇ ਵਿਛੋੜੇ ਦੇ ਅਵਸਰ 'ਤੇ ਵੀ ਇਹੀ ਸਬਰ ਦਿਖਾਇਆ ਸੀ।
ਗੀਤਾਮਈ ਜੀਵਨ। ਉਹ ਗੀਤਾ ਦੇ ਨਿਰਲੇਪ ਮਾਰਗ ਤੇ ਅਨੁਆਈ ਸਨ, ਇਸ ਲਈ ਇੱਕ ਪ੍ਰਭਾਵਸ਼ਾਲੀ ਗ੍ਰਹਿਸਥ ਦਾ ਸਾਦਾ ਜੀਵਨ ਬਿਤਾਉਂਦੇ ਹੋਏ ਵੀ ਕਦੇ ਉਸ ਵਿੱਚ ਲਿਪਤ ਨਹੀਂ ਹੋਏ। ਉਹਨਾਂ ਦੇ ਪਰਿਵਾਰ ਅਤੇ ਸੇਵਕਾਂ ਤੋਂ ਜੁੜਿਆ ਆਪਣਾ ਬਹੁਤ ਵੱਡਾ ਘਰ ਅਤੇ ਜੇਲ੍ਹਖਾਨੇ ਦੀ ਤੰਗ ਕਾਲੀ ਕੋਠਰੀ ਇੱਕੋ ਜਿਹੀ ਸੀ। ਮਾਂਡਲੇ ਦੀ ਜੇਲ੍ਹ ਵਿੱਚ ਲਿਖੀ ਗੀਤਾ ਰਹੱਸ ਅੱਜ ਵੀ ਇੰਨੇ ਸਾਲ ਬੀਤ ਜਾਣ 'ਤੇ ਵੀ ਆਪਣੀ ਗਰਿਮਾ ਅਤੇ ਮਹੱਤਤਾ ਤੋਂ ਵੀ ਅਪੂਰਨ ਜਾਪਦੀ ਹੈ। ਸ਼੍ਰੇਸ਼ਠ ਜੀਵਨ ਤੋਂ ਸਿੱਖਿਆ। ਲੋਕਮਾਨਯ ਤਿਲਕ ਦਾ ਜੀਵਨ ਮਨੁੱਖ ਨੂੰ ਪ੍ਰੇਰਨਾ ਦਿੰਦਾ ਹੈ ਕਿ ਹੇਠ ਲਿਖੇ 3 ਪ੍ਰਸ਼ਨਾਂ ਦਾ ਉੱਤਰ ਮਨੁੱਖ ਨੂੰ ਆਪਣੇ ਕੰਮਾਂ ਤੋਂ ਦੇਣਾ ਚਾਹੀਦਾ। ਮੈਂ ਕਿੱਥੋਂ ਆਇਆ, ਕਿਉਂ ਆਇਆ, ਕਿੱਥੇ ਜਾਣਾ ਹੈ? ਇਹਨਾਂ 3 ਪ੍ਰਸ਼ਨਾਂ ਨੂੰ ਕਾਰਜਸ਼ੀਲ ਰੂਪ ਵਿੱਚ ਬਦਲਣ ਦੇ ਲਈ ਹੀ ਪਰਮਾਤਮਾ ਨੇ ਸਾਨੂੰ ਮਨੁੱਖ ਜੂਨੀ ਵਿੱਚ ਭੇਜਿਆ ਹੈ। ਤਿਲਕ ਜੀ ਨੇ ਉੱਤਰ ਆਪਣੇ ਜੀਵਨ ਰਾਹੀਂ ਦੇ ਕੇ ਪ੍ਰਭੂ ਦੇ ਸੱਚੇ ਪੁੱਤਰ ਹੋਣ ਦਾ ਅਧਿਕਾਰ ਪ੍ਰਾਪਤ ਕਰ ਲਿਆ। ਪੁਸਤਕ ਦੇ ਕੁਝ ਬਿੰਦੂ। ਸਵਦੇਸ਼ੀ ਅਤੇ ਸਵਰਾਜ ਦਾ ਸ਼ੰਖਨਾਦ। ਲੋਕਮਾਨਯ ਤਿਲਕ ਭਾਰਤੀ ਰਾਜਨੀਤੀ ਦੇ ਗੁਰੂ। ਅਧਿਆਤਮਿਕ ਜੀਵਨ ਦਾ ਉਦਾਹਰਣ। ਤਿਲਕ ਮਹਾਰਾਜ ਦੀ ਸ਼ਕਤੀ ਦਾ ਰਹੱਸ।